ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅ ਨਿਊ ਵੀਡੀਓ ਐਂਡ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਬਾਊਟ ਦੀ ਸੋਲਰ ਸਿਸਟਮ। ਜਦੋਂ ਵੀ ਅਸੀਂ ਸੋਲਰ ਸਿਸਟਮ ਦੀ ਗੱਲ ਕਰਦੇ ਹਾਂ ਅ ਪਿਕਚਰ ਕੇਮ ਇਨਟੂ ਯੋਰ ਮਾਈਂਡ ਜਿਹਦੇ ਵਿੱਚ ਤੁਸੀਂ ਇਮੇਜਿਨ ਕਰਦੇ ਹੋ ਦੈਟ ਅ ਸੋਲਰ ਸਿਸਟਮ ਇਨ ਵਿਚ ਵੀ ਪੀਪਲ ਆਰ ਲਿਵਿੰਗ ਐਂਡ ਇਟ ਇਜ਼ ਅ ਪਾਰਟ ਆਫ ਅ ਬਿਗ ਮਿਲਕੀ ਵੇ ਗੈਲੈਕਸੀ। ਸਾਡਾ ਸੋਲਰ ਸਿਸਟਮ ਜਿਹੜਾ ਹੈਗਾ ਇਸ ਮਿਲਕੀ ਵੇ ਗੈਲੈਕਸੀ ਦਾ ਛੋਟਾ ਜਿਹਾ ਪਾਰਟ ਹੈ ਤੇ ਇਸ ਵੀਡੀਓ ਦੇ ਵਿੱਚ ਮੇਰੀ ਪੂਰੀ ਕੋਸ਼ਿਸ਼ ਰਹੇਗੀ ਇਨ ਸ਼ਾਰਟ ਤੁਹਾਨੂੰ ਇਹ ਦੱਸਣ ਦੀ ਕਿ ਸੋਲਰ ਸਿਸਟਮ ਦੇ ਵਿੱਚ ਸਾਰਾ ਕੁਝ ਕੀ ਹੈ। ਸੋ ਵਿਦਆਊਟ ਵੇਸਟਿੰਗ ਅ ਟਾਈਮ ਲੈਟਸ ਬਿਗਿਨ ਅ ਵੀਡੀਓ। ਸਾਡਾ ਜਿਹੜਾ ਸੋਲਰ ਸਿਸਟਮ ਹੈਗਾ ਏ ਇਹਦੇ ਸੈਂਟਰ ਦੇ ਵਿੱਚ ਸਨ ਪ੍ਰੈਜ਼ੈਂਟ ਹੁੰਦਾ ਹੈ ਐਂਡ ਇਟ ਕੰਸਿਸਟ ਆਫ ਦੀ 8 ਪਲੈਨਟਸ ਜਿਹੜੇ ਐਕਚੁਅਲੀ ਰਿਵੋਲਵ ਕਰਦੇ ਨੇ ਅਰਾਊਂਡ ਦੀ ਸਨ। ਠੀਕ ਹੈ, ਪਹਿਲਾਂ ਸਾਡੇ ਕੋਲ 9 ਪਲੈਨਟਸ ਹੁੰਦੇ ਸੀ ਸਾਡੇ ਸੋਲਰ ਸਿਸਟਮ ਦੇ ਵਿੱਚ ਬਟ ਨਾਓ ਅਡੇਜ਼ ਪਲੂਟੋ ਇਜ਼ not considered as the part of the solar system that is a planet ਤੇ apart from the 8 planets ਸਾਡੇ solar system ਦੇ ਵਿੱਚ thousands of other small heavenly bodies ਜਿਹੜੀਆਂ rotate ਕਰਦੀਆਂ small in the sense ਸਾਡੀ earth ਦੇ ਨਾਲੋਂ small ਨਹੀਂ ਹੈਗੀਆਂ their size can be much bigger than the earth ਤੇ ਇਹਦੇ ਵਿੱਚ ਆਉਂਦੇ ਨੇ ਸਾਡੇ ਕੋਲ asteroids, comets and meteors। Now you can see the picture of the solar system and here you can see in the center the sun is present and the other planets are also shown here which are revolving around the sun and their names are Mercury, Venus, Earth, Mars, Jupiter, Saturn, Uranus and Neptune। So now talking about the members of the solar system ਇਹਦੇ ਵਿੱਚ center ਦੇ ਵਿੱਚ as I told you already ਕਿ sun present ਹੁੰਦਾ ਹੈ। So sun lies in the center right and its size is much bigger than earth, almost 13th lakh times much bigger than the earth and this is the nearest star to the earth। ਬਹੁਤ ਵਾਰੀ ਜਿਹੜੇ ਸਟੂਡੈਂਟਸ ਹੁੰਦੇ ਨੇ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਕੁਐਸਚਨ ਆਉਂਦਾ ਹੈ ਐਕਚੁਅਲੀ ਕੋਈ ਵੀ ਬਰਨਿੰਗ ਬੋਡੀ ਸਾਡੀ ਯੂਨੀਵਰਸ ਦੇ ਵਿੱਚ ਜਦੋਂ ਪਾਈ ਜਾਂਦੀ ਹੈ ਵਿਚ ਹੈਜ਼ ਇਟਸ ਓਨ ਲਾਈਟ ਐਂਡ ਹੀਟ ਅਸੀਂ ਉਹਨੂੰ ਸਟਾਰ ਕੰਸੀਡਰ ਕਰਦੇ ਹਾਂ ਐਂਡ ਸਨ ਇਜ਼ ਦ ਨੀਅਰੈਸਟ ਸਟਾਰ ਟੂ ਦੀ ਅਰਥ। ਇਹਦਾ ਸਾਈਜ਼ ਐਕਚੁਅਲੀ ਸਾਡੇ ਯੂਨੀਵਰਸ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਸਟਾਰਸ ਨੇ ਵਿਚ ਆਰ ਈਵਨ ਬਿਗਰ ਦੈਨ ਦੀ ਸਾਈਜ਼ ਆਫ ਦੀ ਸਨ ਬਟ ਸਨ ਹੈਗਾ ਇਹ ਜਿਹੜਾ ਸਾਡੇ ਉਹ ਅਰਥ ਦੇ ਸਭ ਤੋਂ ਨਜ਼ਦੀਕ ਹੈ ਇਸ ਕਰਕੇ ਜਿਹੜੀ ਸਨ ਦੀ ਹੀਟ ਐਂਡ ਲਾਈਟ ਹੈ ਦੈਟ ਰੀਚਿਜ਼ ਔਨ ਦੀ ਅਰਥ ਔਰ ਅਸੀਂ ਇਹਨੂੰ ਕੰਸੀਡਰ ਕਰਕੇ ਚੱਲਦੇ ਹਾਂ ਕਿ ਦਿਸ ਇਜ਼ ਦ ਨੀਅਰੈਸਟ ਸਟਾਰ ਟੂ ਦੀ ਅਰਥ ਰਾਈਟ। ਐਂਡ ਇਹਦੇ ਵਿੱਚ ਮੇਨਲੀ ਜਿਹੜੇ 2 ਐਲੀਮੈਂਟਸ ਹੁੰਦੇ ਨੇ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਪਾਏ ਜਾਂਦੇ ਨੇ। ਸਭ ਤੋਂ ਪਹਿਲਾਂ ਹੁੰਦਾ ਹੈ ਹਾਈਡਰੋਜਨ ਦੈਟ ਇਜ਼ ਪ੍ਰੈਜ਼ੈਂਟ ਇਨ ਦਾ 71% ਐਂਡ ਹੀਲੀਅਮ ਦੈਟ ਇਜ਼ 26.5%। ਬਾਕੀ ਜਿਹੜੇ ਐਲੀਮੈਂਟਸ ਨੇ ਦੇ ਕੰਟਰੀਬਿਊਟ ਟੂ 2.5% ਆਫ ਦੀ sun's volume right and ਜਿਹੜੀ ਹੀਟ ਇਹ ਪ੍ਰੋਡਿਊਸ ਕਰਦੇ ਆ ਈਵਨ ਵੈਨ ਯੂ ਆਰ ਗੋਇੰਗ ਆਊਟ ਯੂ ਆਰ ਸੈਟਿੰਗ ਇਨ ਦਾ ਸਨ ਡਿਊਰਿੰਗ ਵਿੰਟਰਸ ਜੇ ਅਸੀਂ 5 ਮਿੰਟ ਦੇ ਲਈ ਵੀ ਸਨ ਦੇ ਵਿੱਚ ਜਾ ਕੇ ਖੜੇ ਹੋ ਜਾਂਦੇ ਹਾਂ ਵੀ ਫੀਲ ਵਾਰਮਥ ਰਾਈਟ। ਸਮਰਸ ਦੇ ਵਿੱਚ ਅਸੀਂ ਬਾਹਰ ਬਿਲਕੁਲ ਨਹੀਂ ਜਾ ਸਕਦੇ ਕਿਉਂਕਿ ਸਨਲਾਈਟ ਬਹੁਤ ਜ਼ਿਆਦਾ ਹੁੰਦੀ ਹੈ ਹੀਟ ਬਹੁਤ ਜ਼ਿਆਦਾ ਮਿਲਦੀ ਹੈ। ਨਾਓ ਕੁਐਸਚਨ ਅਰਾਈਜ਼ ਇਨ ਯੋਰ ਮਾਈਂਡ ਇਹ ਐਕਚੁਅਲੀ ਹੀਟ ਕਿੱਥੋਂ ਆਉਂਦੀ ਆ। ਜਿਹੜੇ ਕੈਮਿਸਟਰੀ ਦੇ ਸਟੂਡੈਂਟਸ ਨੇ ਦੇ ਮਸਟ ਬੀ ਅਵੇਅਰ ਅਬਾਊਟ ਦਿਸ ਅ ਟਾਈਪ ਆਫ ਰਿਐਕਸ਼ਨ ਜਿਹਨੂੰ ਅਸੀਂ ਕਹਿੰਦੇ ਨਿਊਕਲੀਅਰ ਫਿਸ਼ਨ ਰਿਐਕਸ਼ਨ that takes place in the sun ਜਿਹਦੇ ਨਾਲ ਕਿਆ ਹੁੰਦਾ ਹੈ ਇੰਨੀ ਜ਼ਿਆਦਾ ਲਾਰਜ ਅਮਾਊਂਟ ਆਫ ਹੀਟ ਪ੍ਰੋਡਿਊਸ ਹੁੰਦੀ ਹੈ ਐਂਡ ਦੈਟ ਹੀਟ ਰੀਚਿਸ ਟੂ ਦੀ ਅਰਥ ਐਂਡ ਦਿਸ ਲਾਈਟ ਜਿਹੜੀ ਕਿ ਹੀਟ ਐਂਡ ਲਾਈਟ ਸਾਡੇ ਕੋਲ ਆਉਂਦੀ ਆ। ਨਾਓ ਯੂ ਨੋ ਦੈਟ ਸਾਨੂੰ ਹੀਟ ਵੀ ਸਨ ਤੋਂ ਮਿਲਦੀ ਹੈ ਅਤੇ ਸਾਨੂੰ ਲਾਈਟ ਵੀ ਕਿੱਥੋਂ ਮਿਲਦੀ ਹੈ ਸਨ ਤੋਂ ਮਿਲਦੀ ਹੈ ਡਿਊਰਿੰਗ ਡੇ ਟਾਈਮ ਸਪੈਸ਼ਲੀ ਐਂਡ this light take 8.5 minutes to reach from the sun to the earth। Now moving to the planets, planets are the heavenly bodies which actually revolve around the sun right and we have 8 planets in our solar system: Mercury, Venus, Earth, Mars, Jupiter, Saturn, Uranus and Neptune and now one by one we will study about these planets। So first we will talk about the Mercury as this is the first planet, very closest planet to the sun। तो जे sun ਦੇ ਬਹੁਤ ਜ਼ਿਆਦਾ close ਹੈ ਤਾਂ ਬਹੁਤ ਜ਼ਿਆਦਾ hot ਹੋਏਗਾ ਤੇ ਇੱਥੇ ਜਿਹੜੀਆਂ ਲਾਈਫ ਦੀ ਐਗਜ਼ਿਸਟੈਂਸ ਦੇ ਲਈ ਗੈਸਿਸ ਚਾਹੀਦੀਆਂ ਹੁੰਦੇ ਨੇ ਕਾਰਬਨ ਡਾਈਆਕਸਾਈਡ, ਆਕਸੀਜਨ, ਨਾਈਟ੍ਰੋਜਨ, ਹਾਈਡਰੋਜਨ ਇਹ ਪ੍ਰੈਜ਼ੈਂਟ ਨਹੀਂ ਹੈਗੀਆਂ ਰਾਈਟ। ਸੋ ਮਰਕਰੀ ਦੇ ਵਿੱਚ ਕਿਆ ਹੁੰਦਾ ਹੈ ਓਜ਼ੋਨ ਲੇਅਰ ਪ੍ਰੈਜ਼ੈਂਟ ਨਹੀਂ ਹੈਗੀ ਇਸ ਕਰਕੇ ਜਿੰਨੀਆਂ ਵੀ ਯੂਵੀ ਰੇਜ਼ ਨੇ ਉਹ ਡਾਇਰੈਕਟ ਇੱਥੇ ਐਂਟਰ ਕਰ ਜਾਂਦੀਆਂ ਨੇ ਰਾਈਟ ਸੋ ਇਟ ਇਜ਼ ਕੁਆਇਟ ਹਾਰਮਫੁਲ। So moving to the second planet that is Venus।
Venus ਜਿਹੜਾ second number ਤੇ ਆਂਦਾ ਹੈ in our solar system, right? And this planet is the nearest to the earth and also the brightest planet. Venus is also known as the morning or the evening star. ਬਹੁਤ ਸਾਰੇ ਲੋਕਾਂ ਨੇ ਇਹ ਚੀਜ਼ ਨੋਟਿਸ ਕੀਤੀ ਹੋਣੀ ਕਿ ਸ਼ਾਮ ਨੂੰ ਸੂਰਜ ਛਿਪਣ ਦੇ ਨਾਲ ਇੱਕ ਸਟਾਰ ਹੈ ਜਿਹੜਾ ਸਭ ਤੋਂ ਪਹਿਲਾਂ ਸਾਨੂੰ ਦਿਖਣਾ ਸ਼ੁਰੂ ਹੋ ਜਾਂਦਾ ਹੈ, ਜਿਹਨੂੰ ਅਸੀਂ ਧਰੁਵ ਤਾਰਾ ਵੀ ਕਹਿੰਦੇ ਹਾਂ ਆਪਣੇ ਨਾਰਮਲ ਕਾਮਨ ਲੈਂਗੁਏਜ ਦੇ ਵਿੱਚ। ਤੇ ਇਹਨੂੰ ਅਸੀਂ ਸਵੇਰੇ ਵੀ ਈਵਨ ਜਦੋਂ ਸਾਰੇ ਸਟਾਰਸ ਦਿਖਣੇ ਬੰਦ ਹੋ ਜਾਂਦੇ ਨੇ ਤੇ ਕਾਫੀ ਟਾਈਮ ਤੱਕ ਇੱਕ ਸਟਾਰ ਹੈ ਜਿਹੜਾ ਉਹ ਦਿਖਦਾ ਰਹਿੰਦਾ। ਸੋ ਉਹ ਐਕਚੁਅਲੀ ਸਟਾਰ ਨਹੀਂ ਹੁੰਦਾ, ਉਹ ਹੁੰਦਾ ਪਲੈਨਟ ਵੀਨਸ, ਤੇ ਇਸੇ ਲਈ ਇਸ ਨੂੰ ਕਿਹਾ ਜਾਂਦਾ ਮਾਰਨਿੰਗ ਐਂਡ ਈਵਨਿੰਗ ਸਟਾਰ। ਤੇ ਇੱਥੇ ਬਹੁਤ ਜ਼ਿਆਦਾ ਮਤਲਬ ਇੱਕ ਥਿਕ ਕਲਾਊਡ ਹੈ ਗੈਸਿਸ ਦਾ, ਇਹਦੇ ਰਿਵੋਲਵ ਡਸਟ ਤੇ ਗੈਸਿਸ ਦਾ, ਔਰ ਡਿਊ ਟੂ ਦੈਟ ਜਿਹੜਾ ਵੀਨਸ ਪਲੈਨਟ ਹੈ ਕੀ ਹੁੰਦਾ, ਇਹ ਹੌਟੈਸਟ ਪਲੈਨਟ ਹੈ ਇਨ ਦੀ solar system. Now moving to the planet Earth, ਰਾਈਟ। ਹੁਣ ਜੇ ਅਰਥ ਦੇ ਬਾਰੇ ਗੱਲ ਕਰੀਏ ਤਾਂ ਇਹ ਅਸੀਂ ਅਜ਼ਿਊਮ ਕਰਕੇ ਚੱਲਦੇ ਹਾਂ ਕਿ ਅਰਥ ਬਾਰੇ ਹਰ ਇੱਕ ਪਰਸਨ ਨੂੰ ਬਹੁਤ ਜ਼ਿਆਦਾ ਨੌਲੇਜ ਹੁੰਦੀ ਹੈ। ਅਰਥ ਇਜ਼ ਅ ਪਲੈਨਟ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ। ਸੋ ਦਿਸ ਇਜ਼ ਆਲਸੋ ਕਾਲਡ ਆਰ ਮਦਰ ਅਰਥ ਪਲੈਨਟ। ਇਹਨੂੰ ਅਸੀਂ ਬਲੂ ਪਲੈਨਟ ਵੀ ਕਹਿੰਦੇ ਹਾਂ। ਵਾਈ ਇਟ ਇਜ਼ ਕਾਲਡ ਦ ਬਲੂ ਪਲੈਨਟ? ਕਿਉਂਕਿ ਜਦੋਂ ਅਸੀਂ ਇਹਨੂੰ ਸਪੇਸ ਦੇ ਵਿੱਚ ਜਾ ਕੇ ਦੇਖਿਆ ਜਾਂਦਾ ਤਾਂ ਡਿਊ ਟੂ ਦੀ ਪ੍ਰੈਜ਼ੈਂਸ ਆਫ ਵਾਟਰ ਸਾਡਾ ਅਰਥ ਦਾ ਜਿਹੜਾ 1/3 ਪਾਰਟ ਹੈ ਉਹ ਜ਼ਿਆਦਾਤਰ ਕਵਰ ਹੈ ਵਾਟਰ ਦੇ ਨਾਲ ਕਵਰ ਹੋਇਆ ਵਾ। ਇਸੇ ਕਰਕੇ ਇਹ ਜਦੋਂ ਅਸੀਂ ਇਹਨੂੰ ਸਪੇਸ ਦੇ ਵਿੱਚ ਜਾ ਕੇ ਦੇਖਦੇ ਹਾਂ ਇਹ ਬਲੂ ਕਲਰ ਦਾ ਦਿਖਦਾ। ਸੋ ਡਿਊ ਟੂ ਦਿਸ ਰੀਜ਼ਨ ਅਰਥ ਨੂੰ ਜਿਹੜਾ ਹੈਗਾ ਇਹ ਬਲੂ ਪਲੈਨਟ ਕਿਹਾ ਜਾਂਦਾ। ਸੋ ਦਿਸ ਇਜ਼ ਦਾ ਓਨਲੀ ਪਲੈਨਟ ਇਨ ਦੀ ਹੋਲ ਸੋਲਰ ਸਿਸਟਮ ਜਿਹਦੇ ਵਿੱਚ ਲਾਈਫ ਐਗਜ਼ਿਸਟ ਕਰਦੀ ਹੈ, ਸਸਟੇਨ ਕਰਦੀ ਹੈ ਡਿਊ ਟੂ ਦੀ ਪ੍ਰੈਜ਼ੈਂਸ ਆਫ ਦ ਲਾਈਫ ਸੇਵਿੰਗ ਗੈਸਿਸ ਜਿਹੜੀਆਂ ਇੱਥੇ ਪ੍ਰੈਜ਼ੈਂਟ ਨੇ। ਪਲਾਂਟਸ ਪ੍ਰੈਜ਼ੈਂਟ ਹੁੰਦੇ ਨੇ, ਐਨੀਮਲਸ ਪ੍ਰੈਜ਼ੈਂਟ ਨੇ ਸਾਡੀ ਅਰਥ ਦੇ ਉੱਤੇ, ਰਾਈਟ। ਤੇ ਜਿਹੜੀ ਅਰਥ ਹੈ ਇਹ ਕੀ ਕਰਦੀ ਹੈ, ਦੋ ਮੂਵਮੈਂਟਸ ਕਰਦੀ ਹੈ। ਇੱਕ ਹੁੰਦੀ ਹੈ ਰੈਵੋਲੂਸ਼ਨ, ਇੱਕ ਹੁੰਦੀ ਹੈ ਰੋਟੇਸ਼ਨ। ਜਦੋਂ ਇਹ ਰੋਟੇਟ ਕਰਦੀ ਹੈ ਤਾਂ ਇਹ ਆਪਣੀ ਐਕਸਿਸ ਦੇ ਅਰਾਊਂਡ ਮੂਵ ਕਰਦੀ ਹੈ ਤੇ ਡਿਊ ਟੂ ਦ ਰੋਟੇਸ਼ਨ ਇਹਦੇ ਕੋਲ ਡੇ ਐਂਡ ਨਾਈਟ ਹੁੰਦਾ ਐਂਡ ਇਟ ਟੁਕ 24 ਆਵਰਸ ਟੂ ਕੰਪਲੀਟ ਵਨ ਰੋਟੇਸ਼ਨ। ਤੇ ਇਸੇ ਕਰਕੇ ਜਿਹੜਾ 1 ਡੇ ਹੁੰਦਾ ਉਹ 24 ਆਵਰਸ ਦਾ ਹੁੰਦਾ। ਤੇ ਸਿਮਿਲਰਲੀ ਵੈਨ ਇਟ ਰਿਵੋਲਵ ਅਰਾਊਂਡ ਦੀ ਸਨ, ਜਦੋਂ ਇਹ ਸਨ ਦੇ ਅਰਾਊਂਡ ਰਿਵੋਲਵ ਕਰਦੀ ਆ ਤਾਂ ਉਸ ਜਿਹੜੀ ਮੂਵਮੈਂਟ ਨੂੰ ਅਸੀਂ ਕਹਿੰਦੇ ਹਾਂ ਰੈਵੋਲੂਸ਼ਨ। ਐਂਡ ਇਟ ਟੁਕ 365 ਡੇਜ਼ ਟੂ ਕੰਪਲੀਟ ਵਨ ਰੈਵੋਲੂਸ਼ਨ। ਔਰ ਇਸੇ ਲਈ ਕਹਿੰਦੇ ਆ ਕਿ ਜਿਹੜੇ ਸਾਡੇ ਕੋਲ ਰੈਵੋਲੂਸ਼ਨ ਹੈ ਉਹ 1 ਈਅਰ ਦੇ ਵਿੱਚ ਕੰਪਲੀਟ ਹੋ ਜਾਂਦਾ ਹੈ। ਇਟ ਕਾਜ਼ ਸੀਜ਼ਨਸ ਐਂਡ ਡਿਊ ਟੂ ਦਿਸ ਰੀਜ਼ਨ ਓਨਲੀ ਸੀਜ਼ਨਸ ਟੁਕ 1 ਈਅਰ ਟੂ ਕਮ ਬੈਕ। ਮਤਲਬ ਜੇ ਹੁਣ ਆ ਗਿਆ ਇਸ ਟਾਈਮ ਸਰਦੀ ਚੱਲ ਰਹੀ ਹੈ ਤਾਂ ਆਫਟਰ 365 ਡੇਜ਼ ਦਾ ਸਰਕਲ ਜਦੋਂ ਕੰਪਲੀਟ ਹੋ ਜਾਏਗਾ ਉਹ ਤੋਂ ਦੁਬਾਰਾ ਬਾਅਦ ਕਿਆ ਹੋਏਗਾ, ਸਰਦੀ ਸਰਦੀ ਆਣੀ ਸ਼ੁਰੂ ਹੋ ਜਾਏਗੀ। ਫਰਦਰ ਮੂਵਿੰਗ ਟੂ ਦੀ ਨੈਕਸਟ ਪਲੈਨਟ ਜਿਹੜਾ ਹੈਗਾ ਸਾਡੇ ਕੋਲ ਉਹ ਹੈਗਾ ਮਾਰਸ। ਮਾਰਸ ਐਕਚੁਅਲੀ ਆਇਰਨ ਰਿਚ ਜਿਹੜੀ ਰੈੱਡ ਸੋਇਲ ਇੱਥੇ ਪ੍ਰੈਜ਼ੈਂਟ ਹੁੰਦੀ ਹੈ ਐਂਡ ਇਸੀ ਕਰਕੇ ਇਹਨੂੰ ਅਸੀਂ ਰੈੱਡ ਪਲੈਨਟ ਵੀ ਕਹਿੰਦੇ ਹਾਂ। ਤੇ ਨਾਲ ਇਸ ਤੋਂ ਬਾਅਦ ਆਫਟਰ ਮਾਰਸ ਸਾਡੇ ਕੋਲ ਆਉਂਦਾ ਹੈ ਜੁਪੀਟਰ। ਜੁਪੀਟਰ ਇਜ਼ ਦ ਲਾਰਜੈਸਟ ਪਲੈਨਟ ਇਨ ਦਾ ਸੋਲਰ ਸਿਸਟਮ ਐਂਡ ਦਿਸ ਇਜ਼ ਆਲਸੋ ਕਾਲਡ ਦ ਵਿੰਟਰ ਪਲੈਨਟ ਕਿਉਂਕਿ ਜਿਹੜਾ ਇੱਥੇ ਜਿਹੜੀ ਸਨ ਦੀ ਹੀਟ ਐਂਡ ਲਾਈਟ ਹੈ ਉਹ ਪ੍ਰੋਪਰਲੀ ਨਹੀਂ ਪਹੁੰਚ ਪਾਉਂਦੀ ਤੇ ਇਸ ਕਰਕੇ ਜਿਹੜਾ ਇੱਥੇ ਐਵਰੇਜ ਟੈਂਪਰੇਚਰ ਹੈ ਉਹ ਕਿੰਨਾ ਰਹਿੰਦਾ -148 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਇੱਥੇ ਨੋਰਮਲ ਰਹਿੰਦਾ, ਰਾਈਟ। ਫਰਦਰ ਮੂਵਿੰਗ ਟੂ ਦਾ ਸੈਟਰਨ, ਜਿਹੜਾ ਸੈਟਰਨ ਹੈਗਾ ਇਹ ਸੈਕਿੰਡ ਲਾਰਜੈਸਟ ਪਲੈਨਟ ਹੈ ਇਨ ਆਰ ਸੋਲਰ ਸਿਸਟਮ ਐਂਡ ਇਟ ਹੈਜ਼ ਅ ਰਿੰਗ ਅਰਾਊਂਡ ਇਟ ਵਿਚ ਇਜ਼ ਮੇਡ ਅਪ ਆਫ ਆਈਸ ਔਰ ਆਈਸ ਕਵਰਡ ਡਸਟ ਪਾਰਟੀਕਲਸ ਵਿਚ ਐਕਚੁਅਲੀ ਰਿਵੋਲਵਸ ਅਰਾਊਂਡ ਇਟ। ਐਂਡ ਮੂਵਿੰਗ ਟੂ ਦਾ ਯੂਰੇਨਸ, ਯੂਰੇਨਸ ਜਿਹੜਾ ਹੈਗਾ ਇਟ ਇਜ਼ ਅਬਾਊਟ ਦ 4 times ਦ ਸਾਈਜ਼ ਆਫ ਦੀ ਅਰਥ। ਮੀਨਸ ਇਹਦਾ ਜਿਹੜਾ ਸਾਈਜ਼ ਹੈ ਅਰਥ ਦੇ ਸਾਈਜ਼ ਦੇ ਨਾਲੋਂ ਬਹੁਤ ਜ਼ਿਆਦਾ ਵੱਡਾ ਹੈ and it is greenish in color. Why it is green in color? Due to the presence of methane gas. ਸਾਡੇ ਕੋਲ ਕਿਆ ਹੁੰਦਾ ਹੈ ਤੇ ਮੀਥੇਨ ਗੈਸ ਬਹੁਤ ਜ਼ਿਆਦਾ ਪ੍ਰੈਜ਼ੈਂਟ ਹੈ, ਇਸੀ ਕਰਕੇ ਇਹਨੂੰ ਗ੍ਰੀਨ ਪਲੈਨਟ ਵੀ ਕਿਹਾ ਜਾਂਦਾ ਹੈ। ਸੋ ਮੂਵਿੰਗ ਟੂ ਦ ਨੈਪਚੂਨ, Neptune is the 8th planet of the solar system and the temperature on the surface of the Neptune remains very low and it is very similar to the Uranus and can be considered as its own twin। मतलब ਅਸੀਂ ਇਹਨੂੰ Uranus and Neptune ਦੋਨਾਂ ਨੂੰ ਅਸੀਂ twins consider ਕਰਕੇ ਚੱਲਦੇ ਹਾਂ। and Neptune is also surrounded by the methane ring of the sub-zero temperature। So here today I am ending this video. So this is the first part of the solar system and in the second part of the solar system in that video we will discuss the remaining portions of this topic, that is the moon,
the meteors and asteroids, comets, etc. जो भी रह गया है, so we will discuss in the next video. So I don't want to make it too lengthy and too boring for you people, and I hope and I expect कि ਜਿਹੜੀ ਅੱਜ ਦੀ video है, this will be quite informational for you, and it will help you a bit to gain knowledge about the solar system. And if you like my video, if you understand everything, kindly like the video, share it, and do subscribe my channel. Thank you so much for watching.